प्यारे विद्यार्थियों, इस ਲੈਕਚਰ ਤੋਂ ਆਪਾਂ ਈਡੀਅਮਸ ਐਂਡ ਫਰੇਜ਼ਸ ਵਾਲਾ ਸੈਕਸ਼ਨ ਜਿਹੜਾ ਹੈ ਉਹ ਸ਼ੁਰੂ ਕਰਾਂਗੇ। ਈਡੀਅਮਸ ਜਾਂ ਫਰੇਜ਼ ਜਿਹੜੀ ਆਪਣੇ ਆਪਾਂ ਕਹਿੰਦੇ ਆ ਫਰੇਜ਼ਲ ਈਡੀਅਮਸ ਕਹਿ ਦਿੰਦੇ ਆ ਜਾਂ ਫਰੇਜ਼ਲ ਵਰਬਸ ਕਹਿ ਦਿੰਦੇ ਆ, ਤਾਂ ਉਹ ਕੀ ਹੁੰਦੇ ਨੇਗੇ? ਐਨ ਈਡੀਅਮ ਇਜ਼ ਅ ਗਰੁੱਪ ਆਫ ਵਰਡਸ whose meaning is different from its constituent words। ਭਾਵ ਇਹ ਹੈ ਕਿ ਇਹੋ ਜਿਹਾ ਸ਼ਬਦ ਸਮੂਹ, 2 ਸ਼ਬਦ ਹੋ ਸਕਦੇ ਨੇ, 3 ਹੋ ਸਕਦੇ ਨੇ, 4 ਵੀ ਹੋ ਸਕਦੇ ਨੇ, ਇਹੋ ਜਿਹਾ ਸ਼ਬਦ ਸਮੂਹ ਜਿਸ ਦਾ ਅਰਥ ਜੋ ਹੁੰਦਾ ਹੈ ਉਹ ਉਸ ਦੇ ਸ਼ਬਦਾਂ ਦੇ ਅਰਥਾਂ ਨਾਲੋਂ ਵੱਖਰਾ ਬਣ ਜਾਂਦਾ ਹੈ। ਇਹਦੇ ਵਿੱਚ ਅਸੀਂ ਇਹ ਦੇਖਣਾ ਹੁੰਦਾ ਕਿ ਵੀ ਲੈਂਗੁਏਜ ਨੂੰ ਵਧੇਰੇ ਪ੍ਰਭਾਵਸ਼ਾਲੀ ਬਣਾਉਣ ਵਾਸਤੇ, ਵਧੇਰੇ ਸੁੰਦਰ ਬਣਾਉਣ ਵਾਸਤੇ ਸਾਨੂੰ ਈਡੀਅਮਸ ਐਂਡ ਫਰੇਜ਼ਸ ਦੀ ਵਰਤੋਂ ਕਰਨੀ ਪੈਂਦੀ ਹੈ। ਇਹਦੇ ਵਿੱਚ ਅਸੀਂ 2 ਤਰ੍ਹਾਂ ਦੇ ਈਡੀਅਮਸ ਕਰਾਂਗੇ। ਇੱਕ ਅਸੀਂ ਜਿਨ੍ਹਾਂ ਨੂੰ ਫਰੇਜ਼ਲ ਵਰਬਸ ਕਹਿ ਦਿੰਦੇ ਹਾਂ। ਭਾਵ ਇਹ ਕਿ ਇੱਕ ਵਰਬ ਹੈ, ਉਹਦੇ ਨਾਲ ਆਮ ਤੌਰ 'ਤੇ ਕੋਈ ਪ੍ਰੈਪੋਜੀਸ਼ਨ ਲੱਗੀ ਹੁੰਦੀ ਹੈ ਜਾਂ ਕਈ ਵਾਰ ਕੋਈ ਐਡਵਰਬ ਵਗੈਰਾ ਵੀ ਲੱਗ ਜਾਂਦਾ ਹੈਗਾ ਗਾ। ਦੂਸਰੇ ਪਾਸੇ ਸਾਡੇ ਉਹ ਨੇ ਜੋ ਸਾਡੀਆਂ ਸਮੌਲ ਫਰੇਜ਼ਸ ਨੇ, ਔਰ ਉਹਨਾਂ ਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਉਹਨਾਂ ਨੂੰ ਐਜ਼ ਸੱਚ ਹੀ ਵਰਤਦੇ ਹੈਗੇ ਹਾਂ, ਔਰ ਉਹਨਾਂ ਦਾ ਮੀਨਿੰਗ ਜੇ ਸ਼ਬਦਾਂ ਦਾ ਦੇਖੀਏ ਤਾਂ ਕੁਝ ਹੋਰ ਹੁੰਦਾ ਹੈਗਾ, ਲੇਕਿਨ ਜਦੋਂ ਉਹ ਇੱਕ ਈਡੀਅਮ ਦੇ ਤੌਰ 'ਤੇ ਅਸੀਂ ਵਰਤਦੇ ਹਾਂ ਤਾਂ ਉਹਨਾਂ ਦਾ ਮੀਨਿੰਗ ਉਹਨਾਂ ਸ਼ਬਦਾਂ ਨਾਲੋਂ ਕੁਝ ਵੱਖਰਾ ਹੋ ਜਾਂਦਾ ਹੈਗਾ ਗਾ। ਬਹੁਤ ਸੌਖੇ ਢੰਗ ਨਾਲ ਕਹਿਣਾ ਹੋਵੇ ਤਾਂ ਅਸੀਂ ਇਹ ਵੀ ਕਹਿ ਸਕਦੇ ਹਾਂ, ਇੱਕ ਸਾਡੇ ਵਰਬਲ ਈਡੀਅਮਸ ਨੇ, ਇੱਕ ਨੌਨ ਵਰਬਲ ਈਡੀਅਮਸ ਨੇ। ਸੁਖਾਲੇ ਢੰਗ ਨਾਲ ਸਮਝਣ ਵਾਸਤੇ ਆ, ਭਾਵ ਕਿ ਵਰਬ ਨਾਲ ਸ਼ੁਰੂ ਹੁੰਦੇ ਨੇ ਤੇ ਇੱਕ ਜਿਹੜੇ ਵਰਬ ਨਾਲ ਸ਼ੁਰੂ ਨਹੀਂ ਹੁੰਦੇ। ਜੋ ਵਰਬ ਨਾਲ ਸ਼ੁਰੂ ਹੁੰਦੇ ਨੇ ਉਹਨਾਂ ਦੇ ਅੱਗੇ ਜਦੋਂ ਪੇਪਰ 'ਚ ਆਉਣਗੇ, ਕਿਤੇ ਵੀ ਆਉਣਗੇ, ਤਾਂ ਟੂ ਲੱਗਿਆ ਹੁੰਦਾ। ਇਸ ਗੱਲ ਦਾ ਧਿਆਨ ਰੱਖਣਾ ਕਿ ਅਸੀਂ ਟੂ ਦੀ ਵਰਤੋਂ ਨਹੀਂ ਕਰਨੀ। ਜਦੋਂ ਵਰਤੋਂ 'ਚ ਲੈ ਕੇ ਆਉਣਾ ਨਾ, ਇੰਗਲਿਸ਼ ਦੇ ਵਿੱਚ ਮੀਨਿੰਗ ਦੱਸਣਾ ਹੁੰਦਾ, ਮੈਂ ਤੁਹਾਨੂੰ ਨਾਲ ਪੰਜਾਬੀ 'ਚ ਵੀ ਦੱਸੂਗਾ। ਮੀਨਿੰਗ ਇੰਗਲਿਸ਼ ਦੇ ਵਿੱਚ ਦੱਸਣਾ ਹੁੰਦਾ ਅਤੇ ਨਾਲ ਉਸ ਨੂੰ ਆਪਣੇ ਸੈਂਟੈਂਸ ਦੇ ਵਿੱਚ ਵਰਤਣਾ ਹੁੰਦਾ ਕਿ ਉਹਦੀ ਸੈਂਸ ਕਲੀਅਰ ਹੋ ਜਾਵੇ। ਉਦਾਹਰਨ ਦੇ ਤੌਰ 'ਤੇ ਜੇ ਆਪਾਂ ਦੇਖੀਏ, ਮੰਨ ਲਓ ਅਸੀਂ ਕਹਿੰਦੇ ਹਾਂ ਟੂ ਗਿਵ ਅਪ। ਹੁਣ ਗਿਵ ਕੀ ਹੈ? ਵਰਬ ਹੈ। ਅਪ ਉਹਦੇ ਨਾਲ ਅਸੀਂ ਪ੍ਰੈਪੋਜੀਸ਼ਨ ਲਾਤੀ। ਗਿਵ ਅਪ ਦਾ ਜੇ ਇਕੱਲੇ ਇਕੱਲੇ ਸ਼ਬਦ ਦਾ ਮੀਨਿੰਗ ਦੇਖੀਏ ਤਾਂ ਕੁਝ ਹੋਰ ਆ, ਲੇਕਿਨ ਟੂ ਗਿਵ ਅਪ ਦਾ ਮੀਨਿੰਗ ਹੁੰਦਾ ਟੂ ਕੁਇਟ, ਛੱਡ ਦੇਣਾ, ਤਿਆਗ ਦੇਣਾ। ਦੂਸਰੇ ਪਾਸੇ ਅਸੀਂ ਇੱਕ ਹੋਰ ਐਗਜ਼ਾਮਪਲ ਲਈਏ, ਇਹ ਵਾਈਟ ਐਲੀਫੈਂਟ ਹੁੰਦਾ, ਇਹਦਾ ਮੀਨਿੰਗ ਸਫੈਦ ਹਾਥੀ ਆ, ਲੇਕਿਨ ਸਫੈਦ ਹਾਥੀ ਜਦੋਂ ਅਸੀਂ ਇਸ ਨੂੰ ਇੱਕ ਈਡੀਅਮ ਦੇ ਤੌਰ 'ਤੇ ਵਰਤਾਂਗੇ ਤਾਂ ਉਹਦਾ ਮੀਨਿੰਗ ਕੋਈ ਹੋਰ ਕੁਛ ਹੋ ਜਾਂਦਾ ਹੈ। ਬਲੈਕ ਸ਼ੀਪ ਹੈ, ਇਨ ਬਲੈਕ ਐਂਡ ਵਾਈਟ ਹੈ, ਇਹੋ ਜਿਹੇ ਬਹੁਤ ਸਾਰੇ ਆਉਣਗੇ। ਸੋ ਪਹਿਲੇ ਸੈਕਸ਼ਨ ਦੇ ਵਿੱਚ ਆਪਾਂ ਸ਼ੁਰੂ ਕਰਾਂਗੇ ਜਿਨ੍ਹਾਂ ਨੂੰ ਮੈਂ ਵਰਬਲ ਈਡੀਅਮਸ ਕਿਹਾ ਹੈ, ਭਾਵ ਕਿ ਜਾਂ ਫਰੇਜ਼ਲ ਵਰਬਸ ਕਹਿ ਦਿੰਦੇ ਆ, ਜਿਨ੍ਹਾਂ ਦੇ ਵਿੱਚ ਵਰਬ ਹੋਏਗੀ ਅਤੇ ਵਰਬ ਦੇ ਨਾਲ ਕੋਈ ਪ੍ਰੈਪੋਜੀਸ਼ਨ ਲੱਗੀ ਹੋਏਗੀ। ਆਵਰ ਫਸਟ ਈਡੀਅਮ ਇਜ਼ ਟੂ ਐਕਟ ਅਪੋਨ। ਟੂ ਐਕਟ ਅਪੋਨ ਦਾ ਮੀਨਿੰਗ ਹੁੰਦਾ ਟੂ ਫੋਲੋ, ਭਾਵ ਕਿ ਅਮਲ ਕਰਨਾ, ਅਸਰ ਕਰਨਾ। ਇਹ ਸਾਡਾ ਪਹਿਲਾਂ ਵੀ ਕਈ ਵਾਰ ਈਡੀਅਮ ਆਇਆ ਹੋਇਆ ਹੈ ਕਿ ਵੀ ਸ਼ੁੱਡ ਐਕਟ ਅਪੋਨ ਦਾ ਐਡਵਾਈਸ ਆਫ ਆਵਰ ਟੀਚਰਸ। ਇਹਨੂੰ ਕਿਸੇ ਵੀ ਢੰਗ ਨਾਲ ਤੁਸੀਂ ਕੋਈ ਹੋਰ ਸਬਜੈਕਟ ਓਬਜੈਕਟ ਲਾ ਸਕਦੇ ਹੋ ਕਿ ਯੂ ਸ਼ੁੱਡ ਐਕਟ ਅਪੋਨ ਦਾ ਐਡਵਾਈਸ ਆਫ ਯੋਰ ਫਾਦਰ, ਵੀ ਸ਼ੁੱਡ ਐਕਟ ਅਪੋਨ ਦਾ ਐਡਵਾਈਸ ਆਫ ਆਵਰ ਪੇਰੈਂਟਸ। ਇੱਦਾਂ ਅਸੀਂ ਯੂਜ਼ ਕਰ ਲਾਂਗੇ। ਨੈਕਸਟ, ਟੂ ਬ੍ਰੇਕ ਇਨਟੂ। ਟੂ ਬ੍ਰੇਕ ਇਨਟੂ ਹੁੰਦਾ ਸੰਨ ਲਾਉਣਾ ਜਾਂ ਪਾੜ ਲਾਉਣਾ, ਭਾਵ ਕਿ ਟੂ ਐਂਟਰ ਸਟੀਲਥਲੀ ਜਾਂ ਟੂ ਐਂਟਰ ਲਾਈਕ ਏ ਥੀਫ, ਉਹਨੂੰ ਅਸੀਂ ਕਹਿੰਦੇ ਬ੍ਰੇਕ ਇਨਟੂ। ਦ ਥੀਵਸ broke into the house of a rich man and made off, means ran away ਵੀ ਲਿਖ ਸਕਦੇ ਹਾਂ, ਜਾਂ made off with all gold and silver। next ਹੈ to break in। to break in ਦਾ meaning ਹੁੰਦਾ to tame, TAME,
ਭਾਵ ਕਿ ਸਿਧਾਉਣਾ। ਜੋ ਹਾਥੀ ਹੁੰਦੇ ਨੇ, ਜੋ ਘੋੜੇ ਹੁੰਦੇ ਨੇ, ਜਾਂ ਜੋ ਜੰਗਲੀ ਜਾਨਵਰ ਹੁੰਦੇ ਨੇ, ਈਵਨ ਕੁੱਤੇ ਹੁੰਦੇ ਨੇ, ਉਹਨਾਂ ਨੂੰ ਸਿਧਾ ਲਿਆ ਜਾਂਦਾ, ਇਸ ਤਰ੍ਹਾਂ ਟ੍ਰੇਨ ਕਰ ਲਿਆ ਜਾਂਦਾ, ਸਿਖਾ ਲਿਆ ਜਾਂਦਾ, ਤਾਂ ਉਹਨੂੰ ਅਸੀਂ ਕਹਿੰਦੇ ਆ ਟੇਮ। ਔਰ ਜੋ ਈਡੀਅਮ ਹੈ ਉਹ ਹੈਗਾ ਗਾ ਟੂ ਬ੍ਰੇਕ ਇਨ। ਦ ਹਾਰਸ ਵਾਜ਼ broken in with great difficulty। the horse was broken in with great difficulty ਕਹਿ ਦਈਏ ਜਾਂ very easily ਕਹਿ ਦਈਏ ਕਿ ਬੜੇ ਸੁਖਾਲੇ ਢੰਗ ਨਾਲ ਉਹਨੂੰ ਸਿਧਾ ਲਿਆ ਗਿਆ। ਨੈਕਸਟ ਇਜ਼ ਟੂ ਬ੍ਰੇਕ ਡਾਊਨ। ਟੂ ਬ੍ਰੇਕ ਡਾਊਨ ਹੁੰਦਾ ਕਿਸੇ ਵੀ ਚੀਜ਼ ਦਾ ਖਰਾਬ ਹੋ ਜਾਣਾ, ਵਿਗੜ ਜਾਣਾ। ਟੂ ਸਟਾਪ ਵਰਕਿੰਗ ਸਡਨਲੀ, ਅਚਾਨਕ ਕੰਮ ਕਰਦੇ ਰੁਕ ਜਾਣਾ, ਕਾਰ ਰੁਕ ਗਈ, ਕੋਈ ਸਾਡੀ ਹੋਰ ਚੀਜ਼ ਹੈ ਮਸ਼ੀਨਰੀ ਉਹ ਖਰਾਬ ਹੋ ਗਈ, ਅਸੀਂ ਕਹਿੰਦੇ ਬ੍ਰੇਕ ਡਾਊਨ ਹੋ ਗਈ ਹੈ। ਦ ਕਾਰ ਬ੍ਰੋਕ ਡਾਊਨ ਔਨ ਦਾ ਵੇ, ਜਾਂ ਆਵਰ ਫਰਿੱਜ ਹੈਜ਼ ਬ੍ਰੋਕਨ ਡਾਊਨ, ਇੱਦਾਂ ਵੀ ਆਪਾਂ ਕਹਿ ਸਕਦੇ ਹਾਂ। ਟੂ break out means to spread as an epidemic। ਫੈਲ ਜਾਣਾ, ਮਹਾਮਾਰੀ ਵਾਂਗ ਫੈਲ ਜਾਣਾ, ਕਿਸੇ ਬਿਮਾਰੀ ਵਾਂਗ ਫੈਲ ਜਾਣਾ। ਜਿਸ ਤਰ੍ਹਾਂ ਹੁਣ ਆਪਾਂ ਕਹਿ ਦਿੰਦੇ ਹਾਂ ਕਿ ਕਰੋਨਾ ਹੈਜ਼ ਬ੍ਰੋਕਨ ਆਊਟ ਆਲ ਓਵਰ ਦਾ ਵਰਲਡ, ਕਰੋਨਾ ਹੈਜ਼ ਬ੍ਰੋਕਨ ਆਊਟ ਆਲ ਓਵਰ ਦਾ ਵਰਲਡ। ਜਾਂ ਇਹ ਕਹਿ ਦਈਏ ਕੋਲਰਾ ਹੈਜ਼ ਬ੍ਰੋਕਨ ਆਊਟ ਇਨ ਦਾ ਸਿਟੀ। ਨੈਕਸਟ ਟੂ ਬ੍ਰੇਕ ਆਫ। ਟੂ ਬ੍ਰੇਕ ਆਫ ਕੀ ਹੁੰਦਾ? ਟੂ ਸਨੈਪ, ਟੂ ਕੱਟ, ਭਾਵ ਕਿ ਤੋੜ ਵਿਛੋੜਾ ਕਰ ਲੈਣਾ। ਕਿ ਆਪਾਂ ਕਹੀਏ ਸ਼ੀ ਹੈਜ਼ ਬ੍ਰੋਕਨ ਆਫ ਹਰ ਰਿਲੇਸ਼ਨਸ ਵਿਦ ਹਿਮ। ਨੈਕਸਟ ਹੁੰਦਾ ਟੂ ਬੀਅਰ ਵਿਦ, ਮੀਨਸ ਟੂ ਅਕੋਮੋਡੇਟ, ਟੂ ਐਡਜਸਟ, ਜਾਂ ਟੂ ਹੈਵ ਪੇਸ਼ੈਂਸ ਵਿਦ, ਭਾਵ ਕਿ ਕਿਵੇਂ ਨਾ ਕਿਵੇਂ ਆਪਾਂ ਕਹਿੰਦੇ ਆ ਸਹਿਣ ਕਰ ਲੈਣਾ, ਚਲੋ ਠੀਕ ਆ। ਆਈ ਸ਼ੈਲ ਬੀਅਰ ਵਿਦ ਹਿਮ, ਆਈ ਸ਼ੈਲ ਬੀਅਰ ਵਿਦ ਹਿਮ, ਆਈ ਕੈਨ ਨਾਟ ਬੀਅਰ ਵਿਦ ਹਿਮ, ਮੈਂ ਉਸ ਨਾਲ ਨਿਰਵਾਹ ਨਹੀਂ ਕਰ ਸਕਦਾ, ਇਸ ਸੈਂਸ ਵਿੱਚ ਇਹ ਆਉਂਦਾ ਹੈ। ਨੈਕਸਟ ਹੁੰਦਾ ਟੂ ਬ੍ਰਿੰਗ ਰਾਊਂਡ। ਟੂ ਬ੍ਰਿੰਗ ਰਾਊਂਡ ਹੁੰਦਾ ਟੂ ਮੇਕ ਵਨ ਐਗਰੀ, ਟੂ ਪਰਸੁਏਡ ਜਾਂ ਟੂ ਕਨਵਿੰਸ, ਸਹਿਮਤ ਕਰ ਲੈਣਾ, ਸਹਿਮਤ ਕਰ ਲੈਣਾ। ਆਈ ਕੁਡ ਨਾਟ ਬ੍ਰਿੰਗ ਹਿਮ ਰਾਊਂਡ ਮਾਈ ਪੁਆਇੰਟ, ਆਈ ਕੁਡ ਨਾਟ ਬ੍ਰਿੰਗ ਹਿਮ ਰਾਊਂਡ ਮਾਈ ਪੁਆਇੰਟ, ਮੈਂ ਉਸ ਨੂੰ ਆਪਣੇ ਪੁਆਇੰਟ 'ਤੇ ਸਹਿਮਤ ਨਾ ਕਰ ਸਕਿਆ। ਨੈਕਸਟ ਟੂ ਬ੍ਰਿੰਗ ਅਪ ਮੀਨਸ ਟੂ ਰੀਅਰ, ਟੂ ਲੁੱਕ ਆਫਟਰ a child till he is or she is an adult, ਭਾਵ ਕਿ ਪਾਲਣ ਪੋਸ਼ਣ ਕਰਨਾ। ਇਹਦਾ ਅਸੀਂ ਆਮ ਕਹਿੰਦੇ ਆ ਕਿ ਪੇਰੈਂਟਸ ਲੁੱਕ ਆਫਟਰ, ਜਿਵੇਂ ਕਹਿ ਦਿੰਦੇ ਆ ਉਹਦੀ ਬਜਾਏ ਕਹਿ ਦਿਆਂਗੇ ਪੇਰੈਂਟਸ ਬ੍ਰਿੰਗ ਅਪ, ਪੇਰੈਂਟਸ ਬ੍ਰਿੰਗ ਅਪ ਦੇਅਰ ਚਿਲਡਰਨ, ਪੇਰੈਂਟਸ ਬ੍ਰਿੰਗ ਅਪ ਦੇਅਰ ਚਿਲਡਰਨ, ਭਾਵ ਕਿ ਮਾਤਾ ਪਿਤਾ ਬੱਚਿਆਂ ਦਾ ਜਾਂ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੇ ਹਨ। ਨੈਕਸਟ ਹੈ ਟੂ ਕਾਲ ਇਨ। ਟੂ ਕਾਲ ਇਨ ਦਾ ਮੀਨਿੰਗ ਹੁੰਦਾ ਟੂ ਸੈਂਡ ਫॉर। ਇਹ ਵੀ ਇੱਕ ਈਡੀਅਮ ਦਾ ਜੋ ਮੀਨਿੰਗ ਹੈ ਅਸੀਂ ਈਡੀਅਮ ਦੇ ਵਿੱਚ ਹੀ ਦੇਤਾ, ਸੱਦਣਾ, ਬੁਲਾਉਣਾ। ਦ ਪੇਸ਼ੈਂਟ ਇਜ਼ ਸੀਰੀਅਸ, ਪਲੀਜ਼ ਕਾਲ ਇਨ ਦਾ ਡਾਕਟਰ, ਪਲੀਜ਼ ਕਾਲ ਇਨ ਦਾ ਡਾਕਟਰ ਐਟ ਵੰਸ, ਡਾਕਟਰ ਨੂੰ ਤੁਰੰਤ ਬੁਲਾਓ। ਨੈਕਸਟ ਟੂ ਕਾਲ ਫਾਰ। ਟੂ ਕਾਲ ਫਾਰ ਹੁੰਦਾ ਡਿਮਾਂਡ। ਦ ਆਫਿਸਰ ਕਾਲਡ ਫਾਰ ਐਨ ਐਕਸਪਲਾਨੇਸ਼ਨ, ਕਿ ਆਫਿਸਰ ਨੇ ਐਕਸਪਲਾਨੇਸ਼ਨ ਮੰਗੀ। ਗੱਲ ਦਾ ਧਿਆਨ ਰੱਖਣਾ ਕਿ ਵਰਬ ਦੇ ਅਸੀਂ ਕੋਈ ਵੀ ਫਾਰਮ ਲਾ ਸਕਦੇ ਹਾਂ, ਔਰ ਟੂ ਜਿਹੜਾ ਅੱਗੇ ਲੱਗਿਆ ਹੁੰਦਾ ਉਹ ਸਿਰਫ ਇਹ ਇੰਡੀਕੇਟ ਕਰਨ ਵਾਸਤੇ ਕਿ ਅੱਗੇ ਵਰਬ ਲੱਗੀ ਹੋਈ ਹੈ ਫਸਟ ਫਾਰਮ, ਅਤੇ ਅਸੀਂ ਟੂ ਜਿਹੜਾ ਹੈ ਉਹ ਨਹੀਂ ਵਰਤਣਾ। ਟੂ ਕਾਲ ਐਟ। ਟੂ ਕਾਲ ਐਟ ਹੁੰਦਾ ਕਿਸੇ ਨੂੰ ਕਿਸੇ ਦੇ ਘਰ ਮਿਲਣ ਜਾਣਾ। ਟੂ ਗੋ ਟੂ ਮੀਟ ਸਮਬੋਡੀ ਐਟ ਹਿਜ਼ ਔਰ ਹਰ ਰੈਜ਼ੀਡੈਂਸ, ਤਾਂ ਇਹਦਾ ਮੋਸਟਲੀ ਮੀਨਿੰਗ ਹੁੰਦਾ ਜਾਂ ਸੰਖੇਪ ਆਪਾਂ ਕਹਿ ਦਈਏ ਟੂ ਕਮ ਟੂ ਮੀਟ,
माई फ्रेंड कॉल्ड एट माई हाउस कह दिए, या माई फ्रेंड कॉल्ड एट मी येस्टरडे इवनिंग। हाउस लाने की कोई लोड़ नहीं, अंडरस्टूड होंदा है वैसे। नैक्सट टू कॉल ऑफ द मीनिंग है टू विदड्रॉ, वापस ले लेना, कैंसल कर लेना। द स्टूडेंट्स हैव कॉल्ड ऑफ देयर स्ट्राइक, द स्टूडेंट्स हैव कॉल्ड ऑफ देयर स्ट्राइक, भाव कि विद्यार्थियों ने अपनी हड़ताल वापस ले ली है। द एम्प्लॉइज हैव कॉल्ड ऑफ देयर एजिटेशन। नेक्स्ट टू कैरी ऑन मीन्स टू कंटिन्यू, जारी रखना। यू शुड कैरी ऑन विद योर वर्क। In spite of hardships, he carried on his work, या he carried on with his work. To carry out ਹੁੰਦਾ to obey, पालन करना, आज्ञा का पालन करना। We should carry out the orders of our teachers. We should carry out the orders of our teachers. Next, to come by means to get. How did you come by this book? ਤੁਹਾਨੂੰ ਇਹ ਕਿਤਾਬ ਕਿਵੇਂ ਮਿਲੀ, ਕਿੱਥੋਂ ਮਿਲੀ? How did you come by this book? To come across means to meet suddenly, अचानक मिल जाना। I came across my friend in the market. I came across my friend in the market. Next, to come off. She comes of a noble family, भाव कि she belongs to a noble family. To come off तो भाव है to belong. Next, to come off, OFF नाल लिखना। हुण इहदा मीनिंग है to take place, वापरना। तो when does your marriage come off, या when does your party come off, ये आप इंटेरोगेशन लावांगे, पूछा हैगा। नेक्स्ट, टू कम अराउंड मीन्स टू एग्री, सहमत करना, सहमत होना। वी होप शी विल कम अराउंड टू योर सजेशन, या आई कैन नॉट कम अराउंड योर सजेशन, यानी एग्री करना। नेक्स्ट, टू कट ऑफ, OFF, टू कट ऑफ मीन्स टू डाई। ਅਸੀਂ ਕਹਿ ਸਕਦੇ ਹਾਂ ਕਿ शिव कुमार बटालवी was cut off in the prime of his life. In the prime of his life ਹੁੰਦਾ ਜੀਵਨ ਦੇ ਮੁੱਢ ਵਿੱਚ ਹੀ ਉਹ ਵਿਚਾਰਾ ਚਲ ਗਿਆ। ਜੌਨ ਕੀਟਸ ਬਾਰੇ ਵੀ ਅਸੀਂ ਕਹਿੰਦੇ ਹੁੰਦੇ ਇੰਗਲਿਸ਼ ਪੋਇਟ ਕਿ ਜੌਨ ਕੀਟਸ was cut off in the prime of his life. Next, to cut down means to reduce, cut करना। लेसन भी ਹੁੰਦਾ LESSEN, to lessen. You should cut down your expenses. You should cut down your expenses, या you should cut down your prices, cut करना। Next, to do away with. To do away with ਹੁੰਦਾ to put an end to, खत्म करना। We should do away with the evil customs, या we should do away with the dowry system, सानू दहेज प्रथा खत्म करनी चाहिए है। We should do away with the dowry system. Next, to do without means to feel uneasy or uncomfortable, to feel uneasy or uncomfortable जे नेगेटिव होवे, जे पॉजिटिव गल होवे तो टू फील ईजी और कंफर्टेबल आ। जिमें आप कहिए आई कैन नॉट डू विदाउट ए कप ऑफ टी इन द मॉर्निंग, भाव कि मैं सवेरे सवेरे कप ऑफ टी तो बिना नहीं सार सकना। सो टू डू विदाउट असी ਜਦੋਂ ਇਸ ਸੈਂਸ ਵਿੱਚ ਲਵਾਂਗੇ ਤਾਂ ਅਸੀਂ ਇਹੀ ਕਹਿ ਸਕਦੇ ਹਾਂ ਟੂ ਫੀਲ ਈਜ਼ੀ ਔਰ
ਕੰਫਰਟੇਬਲ ਭਾਵ ਕਿ ਮੈਂ ਸੌਖਾ ਨਹੀਂ ਮਹਿਸੂਸ ਕਰਦਾ, ਮੈਂ ਸਹਾਰ ਨਹੀਂ ਸਕਦਾ। ਨੈਕਸਟ, ਟੂ ਐਗ ਔਨ ਮੀਨਸ ਟੂ ਡਿਪੈਂਡ ਔਨ, ਨਿਰਭਰ ਕਰਨਾ। ਯੂ ਕੈਨ ਨੋਟ egg on him for help. You cannot egg on him for help. Next, to fall out means to quarrel. We should never fall out with a friend over trifles. Trifles ਹੁੰਦੇ ਨੇ ਮਾਮੂਲੀ ਗੱਲਾਂ, ਛੋਟੀ ਛੋਟੀ ਗੱਲਾਂ ਤੇ ਮਿੱਤਰਾਂ ਨਾਲ ਝਗੜਨਾ ਨਹੀਂ ਚਾਹੀਦਾ। To fall through means to fail. The scheme fell through due to paucity of funds या due to shortage of funds या due to want of funds। यानी the scheme, the plan कह लो, the plan fell through, फिर भी कोई गल्ला यानी failed। Next, to fall off means to come down. The standard of education in many institutions has fallen down, has fallen off या fallen down, fallen off भी कह सकते हैं, down भी कह सकते हैं। Next, to get off means to escape। The culprit, दोषी, got off without any punishment। To get on ਹੁੰਦਾ ਗਾ to live socially या to adjust oneself ਭਾਵ ਕਿ ਨਿਰਵਾਹ ਕਰਨਾ ਦੀ ਸੈਂਸ ਵਿੱਚ ਹੀ ਕਹਿ ਸਕਦੇ ਹਾਂ। I cannot go on with such a person। I cannot go on with such a person। To get away ਦਾ meaning ਹੁੰਦਾ to run away, to go away, to escape। The thief got away with all cash या with the ornaments ਆਪਾਂ ਕਹਿ ਦਈਏ। Next, to get through means to pass, ਇਮਤਿਹਾਨ ਪਾਸ ਕਰ ਲੈਣਾ ਜਿਵੇਂ। तो she worked hard and got through the examination या he got through the examination with good marks। Next, to give away, give ਦੇ ਹੈਗੇ ਨੇ ਹੁਣ। to give away means to distribute, to distribute। The principal gave away the prizes to the students। The principal gave away ਵੰਡਣਾ the prizes to the students। Next, to give in। To give in ਦਾ ਮਤਲਬ ਹੁੰਦਾ to yield, yield, ਹਾਰ ਮੰਨਣਾ, ਗੋਡੇ ਟੇਕਣੇ, ਇਸ ਸੈਂਸ ਵਿੱਚ ਹੁੰਦਾ। A brave person never gives in before difficulties। A brave person never gives in before difficulties। Next, to give up। To give up ਹੁੰਦਾ ਹੈ quit। You should give up bad company। You should give up bad company। Next, to give way means ਟੁੱਟ ਜਾਣਾ, ਢਹਿ ਜਾਣਾ, ਡਿੱਗ ਪੈਣਾ। ਤਾਂ ਟੁੱਟ ਜਾਣਾ, ਢਹਿ ਜਾਣਾ ਇਹ ਨਹੀਂ ਕਰਨਾ। ਜਿਵੇਂ ਇੱਕ ਵਾਰ ਮੈਂ ਕਲਾਸ ਲਿਖਾ ਰਿਹਾ ਸੀਗਾ, ਟੁੱਟ ਜਾਣਾ, ਢਹਿ ਜਾਣਾ, ਤੇ ਮੈਂ ਕਲਾਸ ਤੁਰ ਫਿਰ ਰਿਹਾ ਸੀ। ਇੱਕ ਲੜਕੀ ਨੇ ਲਿਖਤਾ ਗਾਲਾਂ ਕੱਢਣੀਆਂ। ਮੈਂ ਉਹਨੂੰ ਪੁੱਛਿਆ ਵੀ ਇਹ ਕੀ ਲਿਖਿਆ ਹੈਗਾ? ਕਹਿੰਦੀ ਜੀ ਗਾਲਾਂ ਨਹੀਂ ਕੱਢਣੀਆਂ ਹੁੰਦੀਆਂ ਲੇਡੀਜ਼, ਟੁੱਟ ਜਾਣਾ, ਢਹਿ ਹੋ ਨਹੀਂ, ਕਿਸੇ ਚੀਜ਼ ਦਾ ਟੁੱਟ ਜਾਣਾ, ਢਹਿ ਜਾਣਾ, ਉਹ ਸੈਂਸ ਵਿੱਚ ਹੁੰਦਾ। ਟੂ ਗਿਵ ਵੇ ਮੀਨਸ ਟੂ ਕੋਲੈਪਸ ਜਾਂ ਟੂ ਫਾਲ ਡਾਊਨ। ਦ ਰੂਫ of the house gave way, way, gave way due to heavy rain, due to heavy rain, due to ਵੀ ਇਹਦੀ ਮੈਂ ਹੈਗੇ ਭਾਰੀ ਬਾਰਿਸ਼ ਕਾਰਨ। the chair gave way due to heavy weight, ਕੁਰਸੀ ਟੁੱਟ ਗਈ ਭਾਰ ਕਾਰਨ। next, to go by। to go by ਹੁੰਦਾ to be guided by।
I cannot go by such rules. I cannot go by such rules. Yeah, these rules. Next, to go on means to continue. You should go on doing your work. Yeah, you should go on with your work. Next, to go down means to be believed in history या to be recorded भी कह दिन्ने आ. His name will go down in the history as a very brave person. Next, to go off means to pass. The program या the function went off very peacefully. To go off means to explode, to get fired. जिमें आप कहना कि बंदूक अपने आप चल गई. द गन वेंट ऑफ इट्स ओन या द गन वेंट ऑफ एक्सीडेंटली. नेक्स्ट, टू गो थ्रू मीन्स टू रीड केयरफुली या टू स्टडी. You should go through this paper very carefully. You should go through this paper very carefully.